ਸਤਿ ਸ਼੍ਰੀ ਅਕਾਲ। ਤੁਸੀਂ ਲੋਕਰਾਜ ਚੈਨਲ ਪੰਜਾਬੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਖਬਰਾਂ ਟੌਪ ਦੀਆਂ ਦੇ ਵਿੱਚ ਤੁਹਾਡਾ ਸਵਾਗਤ ਹੈ। ਵੱਡੀਆਂ ਖਬਰਾਂ ਇਹ ਨੇ ਕਿ ਕੇਂਦਰ ਦੇ ਵੱਲੋਂ ਆਰਥਿਕ ਸੰਕਟ ਤੋਂ ਨਜਿੱਠਣ ਦੇ ਲਈ ਸੂਬਿਆਂ ਨੂੰ 50 ਸਾਲਾਂ ਦੇ ਲਈ ਬਿਨਾਂ ਵਿਆਜ ਤੋਂ 12,000 ਕਰੋੜ ਰੁਪਏ ਦਾ ਦੇਣ ਦਾ ਫੈਸਲਾ ਦਿੱਤਾ ਗਿਆ। ਇਸ ਤੋਂ ਇਲਾਵਾ GST ਕੌਂਸਲ ਦੀ ਮੀਟਿੰਗ ਹੋਈ। ਪੰਜਾਬ ਸਰਕਾਰ ਹਾਲੇ ਵੀ ਉਸ ਮਸਲੇ ਤੇ ਅੜੀ ਹੋਈ ਹੈ ਕਿ ਸਰਕਾਰ ਨੂੰ ਜਿਹੜਾ GST ਦਾ ਬਕਾਇਆ ਪੂਰਾ ਜਿਹੜਾ ਜਾਰੀ ਕੀਤਾ ਜਾਵੇ, ਪਰ ਕੇਂਦਰ ਵੱਲੋਂ ਹਾਲੇ ਵੀ ਹੱਥ ਘੁੱਟਿਆ ਜਾ ਰਿਹਾ। ਇਸ ਨੂੰ ਲੈ ਕੇ ਲਗਾਤਾਰ ਤਕਰਾਰ ਦੀ ਸਥਿਤੀ ਬਣੀ ਹੋਈ ਹੈ। ਕਿਸਾਨ ਸੜਕਾਂ ਤੇ ਨੇ। ਕਿਸਾਨਾਂ ਦੇ ਨਾਲ ਕੱਲ੍ਹ ਨੂੰ ਕੇਂਦਰ ਦੀ ਮੀਟਿੰਗ ਹੋਣ ਜਾ ਰਹੀ ਹੈ। ਸੱਦਾ ਭੇਜਿਆ ਗਿਆ। ਉਸ ਮੀਟਿੰਗ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਏਗਾ, ਉਸ ਉੱਤੇ ਸਾਰਿਆਂ ਦੀ ਨਜ਼ਰ ਟਿਕੀ ਹੋਈ ਹੈ। ਪਰ ਗੱਲ ਇਹ ਹੈ ਕਿ ਕਿਸਾਨਾਂ ਦਾ ਸੰਘਰਸ਼ ਕਦੋਂ ਤੱਕ ਚੱਲੇਗਾ, ਕਿ ਕੇਂਦਰ ਨਾਲ ਮੀਟਿੰਗ ਤੋਂ ਬਾਅਦ ਇਹ ਸੰਘਰਸ਼ ਵਾਪਸ ਲੈ ਲਿਆ ਜਾਵੇਗਾ, ਇਸ ਉੱਤੇ ਵੀ ਸਭ ਦੀਆਂ ਨਜ਼ਰਾਂ ਟਿਕੀਆਂ ਨੇ। ਵੱਡੀ ਖਬਰ ਦੇ ਵਿੱਚ ਫਤਿਹਗੜ੍ਹ ਸਾਹਿਬ ਦੀ ਖਬਰ ਚਰਚਾ ਦੇ ਵਿੱਚ ਹੈ, ਜਿੱਥੇ ਦੋ ਪਿੰਡਾਂ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਗਈ। ਉਸ ਉੱਤੇ ਅਸੀਂ ਚਰਚਾ ਕਰਾਂਗੇ ਕਿ ਬੇਅਦਬੀ ਕਰਨ ਵਾਲਾ ਕੌਣ ਸੀ, ਇਸ ਦੇ ਪਿੱਛੇ ਕਿਹੜੀ ਮਨਸ਼ਾ ਸੀ। ਜਥੇਦਾਰ ਸਾਹਿਬ ਦਾ ਵੀ ਬਿਆਨ ਸਾਹਮਣੇ ਆਇਆ, ਉਹ ਵੀ ਅਸੀਂ ਵਿੱਚ ਵਿਚਾਰਾਂਗੇ। ਇਸ ਤੋਂ ਇਲਾਵਾ ਬਰਗਾੜੀ ਬੇਅਦਬੀ ਮਾਮਲਿਆਂ ਦੀ ਬਰਸੀ ਜਿਹੜੀ ਹੈ, ਤਕਰੀਬਨ 5 ਸਾਲ ਮੁਕੰਮਲ ਹੋਣ ਵਾਲੇ ਨੇ, ਹਾਲੇ ਤੱਕ ਇਨਸਾਫ ਨਹੀਂ ਮਿਲਿਆ। ਸਰਕਾਰਾਂ ਨੇ ਜੋ SIT ਬਣਾਈ ਸੀ, ਇਸ ਤੋਂ ਇਲਾਵਾ ਹੋਰ ਵੱਖ-ਵੱਖ ਕਮਿਸ਼ਨ ਜਿਹੜੇ ਬਣਾਏ ਗਏ, ਇਸ ਉੱਤੇ ਹਾਲੇ ਤੱਕ ਕਿਸੇ ਧਨਪਤਨ ਜਾਂਚ ਨਹੀਂ ਲੱਗੀ। ਉਸ ਉੱਤੇ ਵੀ ਕਈ ਤਰ੍ਹਾਂ ਦੇ ਸਵਾਲ ਉੱਠਦੇ ਨੇ। ਮੇਰੇ ਨਾਲ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ ਮੌਜੂਦ ਨੇ, ਉਹਨਾਂ ਤੋਂ ਜਾਣਾਂਗੇ ਉਹਨਾਂ ਦਾ ਇਸ ਬਾਰੇ ਕੀ ਕਹਿਣਾ। ਪਰਮਿੰਦਰ, ਸਵਾਗਤ ਹੈ ਲੋਕਰਾਜ ਤੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਧੰਨਵਾਦ ਸੁਖਵਿੰਦਰ ਸਿੰਘ ਜੀ ਤੁਹਾਡਾ ਵੀ। ਜੀ ਪਰਮਿੰਦਰ ਜੀ, ਅਸੀਂ ਵੱਡੀਆਂ ਖਬਰਾਂ ਦੀ ਦੱਸ ਦਿੱਤੀਆਂ ਕਿਹੜੀਆਂ ਨੇ। ਸਭ ਤੋਂ ਅਹਿਮ ਖਬਰ ਜੇ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਫਤਿਹਗੜ੍ਹ ਸਾਹਿਬ ਦੇ ਵਿੱਚ 2 ਥਾਵਾਂ ਤੇ ਬੇਅਦਬੀ ਹੋਈ। ਬੇਅਦਬੀ ਕਰਨ ਵਾਲਾ ਇੱਕ ਸ਼ਖਸ, ਕਿੱਦਾਂ ਦੇਖਦੇ ਹੋ, ਕੌਣ ਸੀ ਉਹ ਤੇ ਕੀ ਲੱਗਦਾ ਹੈ ਕਿ ਮਨਸ਼ਾ ਕੀ ਸੀ ਉਹਦੇ ਵਿੱਚ? ਦੇਖੋ, ਜਿਹੜੀ ਸੁਖਵਿੰਦਰ ਜੀ ਮਨਸ਼ਾ ਦੀ ਗੱਲ ਹੈ, ਪਹਿਲਾਂ ਤਾਂ ਉਹ ਗੱਲ ਕਰੀਏ ਜੇ ਆਪਾਂ ਉਹਦੇ ਵਿੱਚ ਉਹਦੇ ਦਿਮਾਗ ਦੇ ਅੰਦਰ ਕੀ ਹੈ, ਫਿਲਹਾਲ ਤਾਂ ਉਹੀ ਦੱਸ ਸਕਦਾ ਹੈ, ਤੇ ਜਿਹੜਾ ਉਹਨੇ ਮਨਾ ਕਰ ਦਿੱਤਾ ਫਿਲਹਾਲ ਦੱਸਣ ਤੋਂ। ਤੇ ਦੂਜੀ ਗੱਲ, ਉਹ ਸਹਿਜਵੀਰ ਨਾਂ ਦਾ ਮੁੰਡਾ ਆ, 19 ਸਾਲ ਉਹਦੀ ਉਮਰ ਦੱਸੀ ਜਾ ਰਹੀ ਹੈ, ਤੇ ਨਾਭੇ ਦੇ ਨੇੜੇ ਪਿੰਡ ਹੈਗਾ ਬਰੜਵਾਲ, ਉੱਥੋਂ ਦਾ ਰਹਿਣ ਵਾਲਾ ਉਹ। ਤੇ ਦੇਖੋ ਘਟਨਾਕ੍ਰਮ ਕਿਵੇਂ ਵਾਪਰਦਾ ਕਿ ਨਾਭੇ ਤੋਂ ਚੱਲਦਾ ਬੰਦਾ ਗੱਡੀ ਲੈ ਕੇ, ਸਵਿਫਟ ਗੱਡੀ ਆਪਣੀ ਚੱਕਦਾ, ਤੇ ਫਤਿਹਗੜ੍ਹ ਸਾਹਿਬ ਦੇ ਜੱਲਾ ਪਿੰਡ 'ਚ ਪਹੁੰਚਦਾ। ਉੱਥੇ ਅੰਦਰ ਗੁਰਦੁਆਰੇ ਦੇ ਕੋਈ ਨਹੀਂ ਹੁੰਦਾ। ਉਹ ਜਾ ਕੇ ਉਹ ਕਰੀਬ 9 ਦੇ ਕਰੀਬ ਅੰਗ ਜਿਹੜੇ ਉਹ ਪਾੜ ਦਿੰਦਾ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ। ਉੱਥੋਂ ਬੇਅਦਬੀ ਕਰਨ ਤੋਂ ਬਾਅਦ ਬੇਖੌਫ ਨਿਕਲਦਾ, 5 ਕਿਲੋਮੀਟਰ ਹੋਰ ਅੱਗੇ ਜਾਂਦਾ, ਤਰਖਾਣ ਮਾਜਰਾ ਪਿੰਡ ਆਉਂਦਾ, ਉੱਥੇ ਜਾਂਦਾ। ਉੱਥੋਂ ਲੌਕ ਲੱਗਿਆ ਹੁੰਦਾ ਗੁਰਦੁਆਰਾ ਸਾਹਿਬ ਨੂੰ, ਅਤੇ ਉੱਥੇ ਉਹ ਬੰਦਾ ਗ੍ਰੰਥੀ ਸਿੰਘ ਦੇ ਮੁੰਡੇ ਨੂੰ ਕਹਿੰਦਾ ਕਿ ਮੈਂ ਮੱਥਾ ਟੇਕਣਾ, ਅੰਦਰ ਦਰਸ਼ਨ ਕਰਨੇ ਆ। ਉਹ ਲੌਕ ਖੋਲ੍ਹ ਦੇਵੇ, ਉਹ ਜੰਦਰਾ ਖੋਲ੍ਹ ਦਿੰਦਾ। ਇਹਦੇ ਅੰਦਰ ਜਾ ਕੇ ਉਹ ਉਹਦੇ ਸਾਹਮਣੇ ਹੀ, ਮੁੰਡੇ ਦੇ, ਗ੍ਰੰਥੀ ਸਿੰਘ ਦੇ ਮੁੰਡੇ ਦੇ ਸਾਹਮਣੇ ਹੀ 11 ਅੰਗ ਫੇਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਉਹ ਪਾੜ ਦਿੰਦਾ। ਉੱਥੋਂ ਫਿਰ ਉਹ ਮੁੰਡਾ ਜਿਹੜਾ ਗ੍ਰੰਥੀ ਸਿੰਘ ਦਾ ਮੁੰਡਾ, ਉਹਨੂੰ ਕਾਬੂ ਕਰਦਾ, ਆਪਣੇ ਪਿਤਾ ਨੂੰ ਬੁਲਾਉਂਦਾ, ਮੁਨਾਦੀ ਕਰਾਈ ਜਾਂਦੀ ਹੈ, ਸਪੀਕਰ ਰਾਹੀਂ ਵੀ ਦੱਸਿਆ ਜਾਂਦਾ, ਲੋਕ ਇਕੱਠੇ ਹੁੰਦੇ ਨੇ, ਮੁਰੰਮਤ ਵੀ ਕਰੀ ਜਾਂਦੀ ਹੈ ਮੁੰਡੇ ਦੀ, ਪੁਲਿਸ ਆਉਂਦੀ ਹੈ, ਅਤੇ ਗੱਡੀ ਗੁੱਡੀ ਵੀ ਭੰਨ ਤੋੜ ਦਿੱਤੀ। ਗੱਲ ਚਲੋ ਇਹ ਬਾਅਦ ਦੀਆਂ ਗੱਲਾਂ, ਅੱਗੇ ਜਾ ਕੇ ਆਪਾਂ ਹੋਰ ਕਰਾਂਗੇ। ਗੱਲ ਇਹ ਹੈ ਕਿ ਉਹਦੇ ਪਿੱਛੇ ਮਨਸ਼ਾ ਹੁਣ ਜਾਂ ਤਾਂ ਉਹ ਦੱਸ ਦਿੰਦਾ, ਜਾਂ ਫਿਰ ਇਹ ਗੱਲ ਕਰਦਾ ਕਿ ਮੈਂ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਮਿਲ ਕੇ ਹੀ ਦੱਸੂ ਮੈਂ ਕਿਉਂ ਕੀਤਾ। ਹੁਣ ਇਹਦੇ ਪਿੱਛੇ ਦੇਖੋ ਵੀ ਕਾਰਨ ਕੀ ਹੈ, ਆਉਣ ਵਾਲੇ ਦਿਨਾਂ 'ਚ ਸਾਹਮਣੇ ਆਉਂਦਾ ਵੀ ਹੈ ਜਾਂ ਨਹੀਂ ਆਉਂਦਾ। ਪਿੱਛੇ ਦੇਖਿਆ ਤੁਸੀਂ ਬਰਗਾੜੀ ਕਾਂਡ ਹੋਇਆ ਸੀਗਾ, ਅਤੇ 5 ਸਾਲ ਹੋ ਰਿਹਾ। ਕੱਲ੍ਹ ਦਾ ਦਿਨ ਸੀਗਾ ਜਦੋਂ ਉੱਥੇ ਗੋਲੀ ਕਾਂਡ ਵਾਪਰਿਆ ਸੀ, ਅਤੇ ਅੱਜ ਇੱਕ ਨਵਾਂ ਪੈਂਤੜਾ ਇਹ ਫੇਰ ਅਪਣਾ ਲਿਆ ਗਿਆ। ਇਹ ਕਿਉਂ ਅਪਣਾਇਆ ਗਿਆ, ਕਿਹਦੀ ਸਾਜ਼ਿਸ਼ ਸੀ, ਇਸ ਪਿੱਛੇ ਕੌਣ ਆ, ਪਹਿਲਾਂ ਵੀ ਕੌਣ ਸੀ, ਹੁਣ ਤੱਕ ਉਹ ਵੀ ਉਡੀਕ ਰਿਹਾ, ਤੁਸੀਂ ਗੱਲ ਕੀਤੀ ਹੋਈ ਆ। ਅਤੇ ਹੁਣ ਉਹ ਬੰਦਾ ਜਿਹੜਾ ਹੈਗਾ ਸਹਿਜਵੀਰ ਬਾਰੇ ਦੱਸਦੇ ਹਾਂ ਕਿ ਇਹ ਆਪਣੇ ਆਪ ਨੂੰ, ਜਦੋਂ ਪੁਲਿਸ ਨੇ ਇਹਨੂੰ ਫੜਿਆ ਤਾਂ ਪੁੱਛਗਿੱਛ ਕੀਤੀ ਹੈ, ਤਾਂ ਉਹ ਗਰਦਾਨਰੀ ਹੈ ਕਿ ਪੁਲਿਸ ਗਰਦਾਨਰੀ ਹੈ ਕਿ ਇਹ ਇੱਕ ਨਸ਼ੇੜੀ ਬੰਦਾ ਹੈ। ਇਹਦੀ ਜੇਬ ਦੇ ਵਿੱਚੋਂ ਕੋਈ ਪਟਿਆਲੇ ਦੇ ਹਸਪਤਾਲ ਜਾਂ ਨਸ਼ਾ ਛਡਾਊ ਕੇਂਦਰ ਜਿਹੜਾ ਹੈਗਾ, ਉਹਦੀ ਰਸੀਦ ਨਿਕਲੀ ਹੈ ਕਿ ਉੱਥੇ ਦਾ ਟਰੀਟਮੈਂਟ ਚੱਲ ਰਿਹਾ। ਅਤੇ ਜੇ ਕੁਐਸਚਨ ਤਾਂ ਇਹ ਬਣਦਾ ਕਿ ਜਿਹੜੇ ਇਹ ਨਸ਼ੇੜੀ ਬੰਦੇ ਨੇ, ਜਾਂ ਮੰਨ ਲਿਆ ਇਹਨਾਂ ਨੂੰ ਬਾਅਦ ਵਿੱਚ ਕਿਹਾ ਜਾਂਦਾ ਕਿ ਇਹਦੀ ਮਾਨਸਿਕ ਅਵਸਥਾ ਠੀਕ ਨਹੀਂ ਸੀ, ਜਾਂ ਇਹ ਨਸ਼ਾ ਕਰਦਾ ਸੀ, ਇਹਨੂੰ ਆਪਣੇ ਆਪ ਦਾ ਪਤਾ ਨਹੀਂ ਸੀ, ਤਾਂ ਇਹਨਾਂ ਨੂੰ ਗੁਰਦੁਆਰਾ ਸਾਹਿਬ ਹੀ ਲੱਭਦੇ ਨੇ, ਹੋਰ ਕੁਛ ਨਹੀਂ ਦਿਸਦਾ ਇਹਨਾਂ ਨੂੰ ਕਿਸੇ ਨਾਲ ਹੋਰ ਨਾਲ। ਜੇ ਨਸ਼ੇੜੀ ਸੀ, ਗੱਡੀ ਕਿਵੇਂ ਮਿਲ ਗਈ ਉਹਨੂੰ, ਗੱਡੀ ਕਿਵੇਂ ਚਲਾਉਂਦਾ ਫਿਰਦਾ ਇਹ, ਜਾਂ ਇਹਦੀ ਮਾਨਸਿਕ ਅਵਸਥਾ ਠੀਕ ਨਹੀਂ ਤਾਂ ਗੱਡੀ ਕਿਹਨੇ ਦਿੱਤੀ ਇਹਨੂੰ।
ਜੇ ਗੱਡੀ ਜੇ ਇਹ ਜੇਬ ਵਿੱਚ ਚਿੱਟ ਪਾ ਕੇ ਕੀ ਲਾਇਸੈਂਸ ਲਈ ਫਿਰਦਾ ਹੈ? ਕਿ ਕਿਸੇ ਦਾ ਕੁਝ ਵੀ ਕਰ ਦੇਵੇ, ਬਾਅਦ 'ਚ ਪੁਲਿਸ ਕਹਿ ਦੇਵੇ ਵੀ ਇਹ ਨਸ਼ੇੜੀ ਹੈ ਤਾਂ ਇਹਦੇ ਜੇਬ 'ਚ ਪਰਚੀ ਮਿਲੀ ਹੈ, ਰਸੀਦ ਮਿਲੀ ਹੈ ਕਿ ਫਲਾਣੀ ਥਾਂ 'ਤੇ ਨਸ਼ਾ ਛਡਾਊ ਕੇਂਦਰ 'ਚ ਇਹ ਇਲਾਜ ਕਰਾ ਰਿਹਾ, ਅਤੇ ਇਹਨੂੰ ਇਹਦੇ ਘਰਦਿਆਂ ਨੇ ਇਹਨੂੰ ਐਂ ਖੁੱਲ੍ਹਾ ਕਿਵੇਂ ਛੱਡਦਾ? ਸਵਾਲ ਤਾਂ ਇਹ ਵੀ ਉੱਠਦਾ ਨਾ ਕਿ ਇਹ ਨਾਭੇ ਤੋਂ ਪਟਿਆਲੇ, ਜਿੱਥੇ ਕਹਿੰਦੇ ਨੇ ਕਿ ਕਿਸੇ ਨਸ਼ਾ ਛਡਾਊ ਕੇਂਦਰ ਤੋਂ ਇਹਦੀ ਦਵਾਈ ਚੱਲਦੀ, ਜਾਂ ਉਸ ਤੋਂ ਬਾਅਦ ਇਹ ਪਰਚੀ ਜੇਬ ਵਿੱਚ ਕਿਉਂ ਲਈ ਫਿਰਦਾ? ਜਿਵੇਂ ਤੁਸੀਂ ਕਹਿ ਰਹੇ ਹੋ ਕਿ ਕੋਈ ਲਾਇਸੈਂਸ ਤਾਂ ਨਹੀਂ ਲੈ ਲਿਆ। ਫਿਰ ਫਤਿਹਗੜ੍ਹ ਸਾਹਿਬ ਦੇ ਉਹਨਾਂ 2 ਪਿੰਡਾਂ ਨੂੰ ਕਿਉਂ ਚੁਣਿਆ ਗਿਆ, ਅਤੇ ਦਿਨ ਹੀ ਉਹ ਕਿਉਂ ਚੁਣਿਆ ਗਿਆ ਕਿ ਉਸੇ ਦਿਨ ਗੁਰਦੁਆਰੇ ਨੂੰ ਨਿਸ਼ਾਨਾ ਕਿਉਂ ਬਣਾਇਆ ਗਿਆ? ਦੂਜੀ ਗੱਲ ਇਹ ਕਿ ਗੋਲਕ ਨੂੰ ਛੱਡ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਿਉਂ ਕੀਤੀ? ਗੋਲਕ ਨੂੰ ਲੁੱਟ ਲੈਂਦਾ ਉਹ ਵੱਖਰਾ ਮੈਟਰ ਸੀਗਾ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨਾ ਤਾਂ ਹੀ ਸਵਾਲ ਉੱਠਦੇ ਨੇ ਨਾ ਕਿ ਚੱਕਰ ਕੀ ਹੈ ਇਹਦੇ ਵਿੱਚ, ਅਸਲ ਮਨਸ਼ਾ ਜਿਹੜੀ ਹੈ ਉਹ ਕਿਉਂ ਹੈ, ਦਿਨ ਹੀ ਉਹ ਕਿਉਂ ਚੁਣਿਆ ਗਿਆ? ਬਿਲਕੁਲ ਉਹੀ ਗੱਲ, ਕੁਐਸਚਨ ਇਹੀ ਰੇਜ਼ ਹੁੰਦੇ ਨੇ ਕਿ ਜਿਹੜੇ ਇਹਨਾਂ ਦਿਨਾਂ ਦੇ ਵਿੱਚ ਇੱਕ ਪਾਸੇ ਧਰਨੇ ਲੱਗ ਰਹੇ ਨੇ ਕਿਸਾਨ, ਪੰਜਾਬ ਪੂਰਾ ਬੇਹਾਲ ਹੋਇਆ ਪਿਆ ਕਿਸਾਨਾਂ ਕਰਕੇ, ਮਜ਼ਦੂਰਾਂ ਕਰਕੇ, ਠੀਕ ਹੈ, ਪੂਰਾ ਪੰਜਾਬ ਹੈ ਜਿਹੜਾ ਉਹ ਉੱਧਰਲੇ ਪਾਸੇ ਤੁਰਿਆ ਹੋਇਆ, ਅਤੇ ਇਹ ਚੀਜ਼ਾਂ ਕਿਉਂ ਵਾਪਰ ਰਹੀਆਂ ਨੇ? ਇਹ ਦੁਬਾਰਾ ਫਿਰ ਇਹ ਘਟਨਾਕ੍ਰਮ ਕਿਉਂ ਵਾਪਰ ਰਹੇ ਨੇ? ਕਿਹਦੀ ਮਨਸ਼ਾ ਹੈਗੀ ਆ? ਗੱਲ ਉਹ ਸੁਖਵਿੰਦਰ, ਗੱਲ ਇੱਦਾਂ ਨਹੀਂ ਕਿ ਇਹਨੇ ਆ ਕੇ ਬੇਅਦਬੀ ਕਰਤੀ, ਪਹਿਲਾਂ ਵੀ ਬੇਅਦਬੀਆਂ ਹੋਈਆਂ ਨੇ, ਉਹਨਾਂ ਦੇ ਪਿੱਛੇ ਕਸੂਰ ਕਿਹਦਾ ਹੈ? ਸਾਡਾ ਆਪਦਾ ਕਸੂਰ ਹੈ। ਸਾਡੇ ਜਥੇਦਾਰ ਬੈਠੇ ਨੇ, ਸ਼੍ਰੋਮਣੀ ਕਮੇਟੀ ਬੈਠੀ ਹੈ, ਐਡੇ ਐਡੇ ਬਜਟ ਲਈ ਬੈਠੇ ਨੇ, ਗੱਡੀਆਂ ਕਾਰਾਂ 'ਚ ਘੁੰਮ ਰਹੇ ਨੇ, ਸਿਕਿਉਰਿਟੀ ਆਪਦੀ ਲਈ ਬੈਠੇ ਨੇ, ਠੀਕ ਹੈ। ਇਹਨਾਂ ਗੁਰਦੁਆਰਿਆਂ ਦੀ ਸਿਕਿਉਰਿਟੀ ਕੌਣ ਕਰੇਗਾ? ਜਦੋਂ ਤੁਸੀਂ ਇਹਨਾਂ ਦੇ ਕੋਲੋਂ ਫੰਡ ਇਕੱਠਾ ਕਰਨ ਵਾਸਤੇ ਆ ਦਿੰਦੇ ਹੋ, ਪੈਸੇ ਇਕੱਠੇ ਕਰਨ ਵਾਸਤੇ ਆ ਦਿੰਦੇ ਹੋ, ਅਤੇ ਇਹਨਾਂ ਦੀ ਸਿਕਿਉਰਿਟੀ ਵੀ ਕੌਣ ਕਰੇਗਾ? ਜਾਂ ਇਹੋ ਜਿਹੇ ਬੰਦੇ ਜਿਹੜੇ ਇੱਦਾਂ ਦੇ ਘਟਨਾਕ੍ਰਮ ਨੂੰ, ਇੱਦਾਂ ਦੀਆਂ ਕਾਰਵਾਈਆਂ ਨੂੰ ਅੰਜਾਮ ਦਿੰਦੇ ਨੇ, ਉਹਨਾਂ 'ਤੇ ਕਾਰਵਾਈ ਕੌਣ ਕਰੇਗਾ? ਪਹਿਲਾਂ ਵੀ ਤੁਸੀਂ ਤਨਖਾਹ ਲਾ ਕੇ, ਮਾफ़ ਕਰਕੇ, ਸਜ਼ਾ ਦੇ ਕੇ ਮੰਨ ਜਾਂਦੇ ਹੋ ਵੀ ਹਾਂ ਬਸ ਹੋ ਗਿਆ, ਮਾफ़ ਕਰਤਾ ਜੀ, ਮਾफ़ੀ ਮੰਗ ਕੇ ਆ ਕੇ ਕਰ ਗਿਆ ਜੀ। ਤੁਸੀਂ ਕੌਣ ਹੁੰਦੇ ਹੋ ਬਈ ਮਾਫ਼ੀ ਦੇਣ ਵਾਲੇ? ਠੀਕ ਹੈ, ਉਹ ਬੇਅਦਬੀ ਕਿਹਦੀ ਹੋਈ ਆ? ਦੇਖਾਂ ਤੁਹਾਡੀ ਪੱਗ ਨੂੰ ਜਾਂ ਤੁਹਾਡੇ ਕਿਸੇ ਦੇ ਗਲ ਨੂੰ ਹੱਥ ਪਾਵੇ ਕੋਈ, ਅਤੇ ਤੁਸੀਂ ਬਖਸ਼ ਦੋਗੇ? ਠੀਕ ਹੈ, ਗੱਲ ਇਹ ਨਹੀਂ ਹੈਗੀ ਕਿ ਸਾਡੀਆਂ ਆਪਦੀਆਂ ਔਣਤਾਈਆਂ ਨੇ, ਕੋਈ ਕਾਰਵਾਈ ਨਹੀਂ ਕਰਦਾ। ਆਹ ਹੁਣ ਬੇਅਦਬੀ ਹੋਈ ਆ, ਕਹਿੰਦੇ ਅਸੀਂ FIR ਹੀ ਨਹੀਂ ਕਰਾਉਂਦੇ, ਠੀਕ ਹੈ, ਉਹ ਵੀ ਇਸੇ ਦਾ ਹਿੱਸਾ ਹੀ ਆ, ਬੇਅਦਬੀ ਹੋਈ ਆ ਕਿਸੇ ਦਾ। ਮੈਂ ਪਹਿਲਾਂ ਵੀ ਕਹਿੰਦਾ, ਹੁਣ ਵੀ ਕਹਿ ਰਿਹਾ ਕਿ ਉਤਸ਼ਾਹਿਤ ਕਰਿਆ ਜਾਂਦਾ, ਲੋਕਾਂ ਨੂੰ ਉਤਸ਼ਾਹਿਤ ਕਰਿਆ ਜਾਂਦਾ ਕਿ ਉਹਦਾ ਕੀ ਵਿਗੜ ਗਿਆ, ਉਹਨੇ ਬੇਅਦਬੀ ਕਰੀ ਸੀ, ਮੇਰਾ ਕੀ ਵਿਗੜ ਜੂ? ਠੀਕ ਹੈ ਨਾ। ਇਹਨਾਂ ਨੂੰ ਸਖਤ ਸਜ਼ਾਵਾਂ। ਫੰਡ ਜਿਹੜਾ ਤੁਸੀਂ ਆਪਣੀਆਂ ਗੱਡੀਆਂ 'ਤੇ ਤੇਲ ਪਵਾਉਣ ਲਈ ਖਰਚਦੇ ਹੋ, ਆਪਣੀ ਸਿਕਿਉਰਿਟੀ 'ਤੇ ਖਰਚਦੇ ਹੋ, ਆਪਣੇ ਘਰਾਂ 'ਚ ਨੌਕਰ ਬਣਾ ਕੇ ਰੱਖਦੇ ਹੋ ਮੁਲਾਜ਼ਮਾਂ ਨੂੰ, ਉਹ ਫੰਡ ਇਹਨਾਂ ਨੂੰ ਸਜ਼ਾ ਦਿਵਾਉਣ ਵਾਸਤੇ ਵਰਤੋ ਨਾ। ਉਹ ਨਾ ਤੁਸੀਂ 2 ਮਹੀਨੇ ਸਿਕਿਉਰਿਟੀ ਦਾ ਖਰਚ ਲਓ ਜਾਂ ਆਪਣੀਆਂ ਤਨਖਾਹਾਂ ਨਾ ਲਓ 2 ਮਹੀਨੇ, ਕੋਈ ਫਰਕ ਪੈ ਜੂ? ਬਿਲਕੁਲ। ਜਥੇਦਾਰ ਸਾਹਿਬ ਦਾ ਵੀ ਬਿਆਨ ਆ ਰਿਹਾ, ਉਹ ਕਹਿੰਦੇ ਸ਼ਾਇਦ ਇਹ ਹੋ ਸਕਦਾ ਕਿ ਕਿਸਾਨੀ ਸੰਘਰਸ਼ ਨੂੰ ਕਿਤੇ ਨਾ ਕਿਤੇ ਢਾਹ ਲਾਉਣ ਦੇ ਲਈ ਇਹੋ ਜਿਹੀਆਂ ਸਾਜ਼ਿਸ਼ਾਂ ਰਚੀਆਂ ਜਾਂਦੀਆਂ, ਪਰ ਕਦੋਂ ਤੱਕ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਣਗੇ? ਉਹੀ ਜਿਹੜੀਆਂ ਗੱਲਾਂ ਤੁਸੀਂ ਕਰ ਰਹੇ ਹੋ। ਨਹੀਂ, ਜਿਹੜੀ ਗੱਲ ਉਹ ਕਹਿ ਰਹੇ ਨੇ, ਜਥੇਦਾਰ ਨੇ ਐਡੀ ਵੱਡੀ ਪੋਸਟ 'ਤੇ ਬੈਠੇ ਨੇ, ਠੀਕ ਹੈ, ਪੂਰਾ ਪਿੱਛੋਂ ਥਾਪੜਾ ਹੈ, ਸਪੋਰਟ ਹੈ, ਪਿੱਲਰ ਖੜੇ ਨੇ ਨਾਲ, ਠੀਕ ਹੈ, ਅਤੇ ਜੇ ਉਹ ਐਡੀ ਗੱਲ ਕਰ ਰਹੇ ਨੇ ਕਿ ਸੰਘਰਸ਼ ਹੈ ਜਿਹੜਾ ਕਿਸਾਨੀ, ਉਹਨੂੰ ਕਿਤੇ ਪਾੜਨ ਲਈ, ਦਫਾੜ ਕਰਨ ਦੇ ਲਈ ਇੱਦਾਂ ਦੀ ਚਾਲ ਤਾਂ ਨਹੀਂ ਹੋਈ। ਪਹਿਲਾਂ ਵੀ ਕਹਿੰਦੇ ਸੀ, ਉਦੋਂ ਵੀ ਕਿਸਾਨੀ ਸੰਘਰਸ਼ ਸੀਗਾ, ਜਦੋਂ ਬਰਗਾੜੀ ਕਾਂਡ ਵਾਪਰਿਆ ਉਦੋਂ ਵੀ ਸੰਘਰਸ਼ ਸੀ, ਹੁਣ ਵੀ ਕਿਸਾਨੀ ਸੰਘਰਸ਼ ਚੱਲ ਰਿਹਾ, ਉਹਦੇ ਕਰਕੇ ਵੀ ਉਹਨੂੰ ਖਤਮ ਕਰਨ ਵਾਸਤੇ। ਅਤੇ ਜੇ ਤੁਹਾਨੂੰ ਇੰਨੀ ਕੁ ਸਮਝ ਹੈ ਕਿ ਉਹਨੂੰ ਖਤਮ ਕਰਨ ਵਾਸਤੇ, ਤਾਂ ਇਹ ਵੀ ਤਾਂ ਪਤਾ ਹੋਣਾ ਚਾਹੀਦਾ ਹੈ ਕਿ ਕੌਣ ਕਰਾ ਰਿਹਾ, ਕੌਣ ਖਤਮ ਕਰਨਾ ਚਾਹੁੰਦਾ, ਉਹਦਾ ਨਾਂ ਕਿਉਂ ਨਹੀਂ ਲੈਂਦੇ? ਉਹ ਵੀ ਤਾਂ ਸਾਹਮਣੇ ਆਉਣੇ ਚਾਹੀਦੇ ਨੇ। ਕਿ ਡਰਦੇ ਹੋ ਫਿਰ? ਇਹ ਗੱਲ ਕਿਉਂ ਕਰਦੇ ਹੋ? ਜ਼ਿਆਦਾ ਸਾਜ਼ਿਸ਼ ਜੇ ਤੁਹਾਡੇ ਕੋਲ ਸਾਰੇ ਸੋਰਸਿਸ ਹੈਗੇ ਨੇ, ਅਤੇ ਤੁਸੀਂ ਇੰਨਾ ਪਤਾ ਲਾ ਸਕਦੇ ਹੋ ਕਿ ਇਹ ਕਿਸਾਨੀ ਸੰਘਰਸ਼ ਨੂੰ ਖਤਮ ਕਰਨ ਵਾਸਤੇ ਚਾਲ ਹੋ ਸਕਦੀ ਆ, ਤਾਂ ਤੁਹਾਨੂੰ ਇਹ ਵੀ ਤੁਸੀਂ ਪਤਾ ਲਗਾਉਣ ਦੇ ਸਮਰੱਥ ਹੋ ਕਿ ਕੌਣ ਕਰਵਾ ਰਿਹਾ। ਫਿਰ ਉਹਨੂੰ ਸਾਹਮਣੇ ਲਿਆਓ ਨਾ, ਕਰੋ ਉਹਨੂੰ ਸੰਗਤ ਦੇ ਸਾਹਮਣੇ ਨੰਗਾ ਕਰੋ। ਅਤੇ ਇਹ ਚੀਜ਼ ਗੱਲ ਇਹ ਆ ਵੀ ਜਦੋਂ ਆਪਾਂ ਬਰਗਾੜੀ ਮਸਲਿਆਂ ਵੱਲ ਦੇਖਦੇ ਹਾਂ ਤਾਂ ਉਹਨੂੰ ਵੀ ਤਕਰੀਬਨ 5 ਸਾਲ ਮੁਕੰਮਲ ਹੋਣ ਵਾਲੇ ਹੋ ਗਏ। ਕੱਲ੍ਹ ਨੂੰ ਉਹਨਾਂ ਦੀ ਬਰਸੀ ਆ, ਅਤੇ ਉਹਦੇ ਉੱਤੇ ਵੀ ਸਵਾਲ ਉੱਠਦੇ ਨੇ ਕਿ ਜਥੇਦਾਰ ਸਾਹਿਬ ਦੀ ਚੁੱਪ 'ਤੇ ਵੀ ਸਵਾਲ ਉੱਠਦੇ ਨੇ ਕਿ ਉਹਨਾਂ ਸ਼ਕਤੀਆਂ ਦੇ ਉੱਤੇ ਕਿਉਂ ਨਹੀਂ ਹੁਣ ਤੱਕ ਸ਼ਿਕੰਜਾ ਕੱਸਿਆ ਗਿਆ। ਸਰਕਾਰਾਂ 'ਤੇ ਸਵਾਲ ਉੱਠਦੇ ਨੇ, ਨਾ ਪਿਛਲੀ ਨੇ ਕੁਝ ਕੀਤਾ, ਨਾ ਹੁਣ ਵਾਲੀ ਨੇ ਕੀਤਾ, ਸਿਰਫ ਤੇ ਸਿਰਫ ਜਾਂਚ ਤੇ ਜਾਂਚ, ਕਮਿਸ਼ਨ ਤੇ ਕਮਿਸ਼ਨ। ਦੇਖੋ, ਸਰਕਾਰ ਕਦੋਂ ਚਾਹੁੰਦੀ ਹੈ ਜੀ ਮਸਲੇ ਦੱਬੇ ਰਹਿਣ ਨੂੰ? ਉਹ ਤਾਂ ਜਦੋਂ ਚੋਣਾਂ ਆਉਂਦੀਆਂ ਨੇ, ਉਹ ਪਹਿਲਾਂ ਠੰਡੇ ਬਸਤੇ 'ਚ ਪਾ ਲੈਂਦੀਆਂ ਨੇ, ਖ਼ਤਮ ਨਹੀਂ ਕਰਦੀਆਂ। ਉਹ ਜਦੋਂ ਉਹ ਚੋਣਾਂ ਆਉਂਦੀਆਂ ਨੇ, ਉਹ ਫਿਰ ਪਨਪਦੇ ਆ। ਪਹਿਲਾਂ ਥੋੜ੍ਹੀ ਹਵਾ ਦਿੰਦੇ ਰਹਿੰਦੇ ਆ, ਸਮੇਂ 'ਤੇ ਦੱਬ ਕੇ ਨਹੀਂ ਰੱਖਣਾ, ਉਹਨੂੰ ਚਲਾਈ ਜਾਣਾ, ਤਾਂ ਕਿ ਜਦੋਂ ਨੇੜੇ ਆਵੇ, ਜਦੋਂ ਇਹਨਾਂ ਦਾ ਮੌਕਾ ਲੱਗੇ, ਜਦੋਂ ਇਹਨਾਂ ਨੂੰ ਲੋੜ ਪਵੇ, ਤਾਂ ਉਹਨੂੰ ਭਾਂਬੜ ਦੇ ਰੂਪ ਵਿੱਚ ਪੇਸ਼ ਕਰ ਦਿਆ ਜਾਵੇ। ਕੋਈ ਵੀ ਸਰਕਾਰ ਇੱਦਾਂ ਦਾ, ਕਿਸੇ ਵੀ ਤਰ੍ਹਾਂ ਦਾ ਮੁੱਦਾ ਹੋਵੇ, ਇਹ ਨਹੀਂ ਗੱਲ ਕਰਦੇ ਕਿ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅੱਜ ਇੱਦਾਂ ਦੀ ਘਟਨਾ ਵਾਪਰੀ ਹੈ ਤਾਂ ਅਸੀਂ ਉਹਨੂੰ ਕਹਿ ਦਈਏ। ਨਹੀਂ, ਇੱਦਾਂ ਦੀਆਂ ਘਟਨਾਵਾਂ ਇਹਨਾਂ ਵਾਸਤੇ ਕੋਈ ਮਾਇਨੇ ਨਹੀਂ ਰੱਖਦੀਆਂ।
ਜੇ ਤੁਸੀਂ ਗੱਲ ਕਰਦੇ ਹੋ ਕਿ 5 ਸਾਲ ਬੀਤ ਗਏ, 3 SITs ਬੈਠੀਆਂ ਨੇ, ਜਾਂਚ ਕਮਿਸ਼ਨਾਂ 3 ਬੈਠੀਆਂ ਨੇ, ਪੰਜਾਬ ਪੁਲਿਸ ਨੇ ਅਲੱਗ, ਕੇਂਦਰੀ ਏਜੰਸੀਆਂ ਨੇ ਅਲੱਗ, ਕਿੰਨੀਆਂ ਜਾਂਚਾਂ ਹੋ ਗਈਆਂ, ਠੀਕ ਹੈ, ਹੁਣ ਤੱਕ ਸਿੱਟਾ ਕਿਉਂ ਨਹੀਂ ਨਿਕਲਿਆ? ਮੇਰੀ ਸਿੰਪਲ ਗੱਲ ਸੁਖਵਿੰਦਰ ਜੀ, ਸਾਫ਼ ਜੀ ਗੱਲ ਹੈ, ਇਹ ਬੇਅਦਬੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ। ਕਿਸੇ ਪੋਲੀਟੀਸ਼ੀਅਨ ਦੀ ਹੋਈ ਹੁੰਦੀ ਹੋਵੇ ਜਾਂ ਹੋਈ ਹੁੰਦੀ ਤੇ ਇੰਨਾ 5 ਸਾਲ ਵੇਟ ਕਰ ਲੈਂਦੇ, ਫਿਰ ਕਿੱਥੋਂ ਆ ਜਾਂਦੀਆਂ ਏਜੰਸੀਆਂ ਦੀ ਜਾਂਚਾਂ, ਕਿੱਥੋਂ ਇਕਵਿਪਮੈਂਟ ਆ ਜਾਂਦਾ, ਕਿਵੇਂ ਲੱਭ ਲੈਂਦੇ ਇਹ, ਕਿਹੜੀ ਇਹਨਾਂ ਕੋਲ ਕੋਈ ਐ ਕਹਿ ਲਓ ਆਪਾਂ ਵੀ ਪਾਵਰ ਆ ਜਾਂਦੀ, ਕੋਈ ਸ਼ਕਤੀ ਮਿਲ ਜਾਂਦੀ, ਗੈਬੀ ਸ਼ਕਤੀ, ਜਿਹੜੇ ਬੰਦੇ ਨੂੰ ਲੱਭ ਲਿਆਉਂਦੇ ਇਹ, ਠੀਕ ਹੈ। ਉਹ ਇਹ ਚੀਜ਼ਾਂ ਦੇ ਵਿੱਚ ਟਾਈਮ ਲਾ ਕੇ ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ। ਕੀ ਫਾਇਦਾ ਇਹਨਾਂ ਚੀਜ਼ਾਂ ਦਾ? ਲੋਕ ਪੁੱਛਦੇ ਨੇ ਨਾ ਕਿ ਜਦੋਂ ਗੱਲ ਹੁੰਦੀ ਹੈ ਕਿ ਪੰਜਾਬ 'ਚ ਕੋਈ ਘਟਨਾ ਵਾਪਰਦੀ, ਕੋਈ ਵੱਡੀ ਛੋਟੀ ਘਟਨਾ, ਹਾਲਾਂਕਿ ਚਲੋ ਹੱਲ ਤਾਂ ਹੋਣਾ ਚਾਹੀਦਾ ਹਰੇਕ ਘਟਨਾ ਦਾ, ਜਦੋਂ ਕੋਈ ਘਟਨਾ ਵਾਪਰੇ, ਜਦੋਂ ਡਰੋਨ ਦੇ ਮਾਮਲਿਆਂ ਨੂੰ ਜੇ ਆਪਾਂ ਲੈ ਲਈਏ ਤਾਂ ਕਹਿੰਦੇ ਪਾਕਿਸਤਾਨ ਦੇ ਵਿੱਚ ਫਲਾਣੇ ਬੰਦੇ, ਫਲਾਣੀਆਂ ਏਜੰਸੀਆਂ ਉੱਥੋਂ ਇੱਦਾਂ ਕੰਮ ਕਰਦੀਆਂ ਨੇ, ਤੇ ਸਾਡੇ ਵਿੱਚ ਬੈਠਿਆਂ ਨੂੰ ਇਹ ਫੜ ਨਹੀਂ ਸਕਦੇ। ਹੁਣ ਇਹਨਾਂ ਨੇ ਪਿੱਛੇ ਜੇ ਸਾਬਕਾ DGP ਸੁਮੇਧ ਸਿੰਘ ਸੈਣੀ ਨੂੰ ਵੀ ਨਾਮਜ਼ਦ ਕਰ ਲਿਆ ਇਹਨਾਂ ਮਸਲਿਆਂ ਦੇ ਵਿੱਚ, ਜਿਹੜੇ ਬਰਗਾੜੀ ਦੇ ਵਿੱਚ ਗੋਲੀ ਕਾਂਡ ਵਗੈਰਾ ਦੀਆਂ ਗੱਲਾਂ ਕਰਦੇ ਨੇ ਉਹਦੇ ਵਿੱਚ। ਤੇ ਹੁਣ ਗੱਲ ਤਾਂ ਇਹ ਹੈ ਵੀ ਸ਼ਿਕੰਜੇ ਦੇ ਵਿੱਚ ਕਦੋਂ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਧੱਕਿਆ ਜਾਏਗਾ, ਕਦੋਂ ਅੰਜਾਮ ਤੱਕ, ਸੰਗਤ ਤਾਂ ਅੰਜਾਮ ਮੰਗਦੀ ਹੈ ਨਾ, ਕਦੋਂ ਤੱਕ ਅੰਜਾਮ ਤੱਕ ਪਹੁੰਚੇਗਾ? ਨਹੀਂ ਦੇਖੋ, ਇਹਨਾਂ ਨੂੰ ਪੁੱਛ ਕੇ ਦੇਖੋਗੇ ਸਵਾਲ ਨਾ, ਇਹ ਗੱਲ ਜੇ ਤੁਸੀਂ ਆਪਾਂ ਤਾਂ ਇੱਕ ਡਿਸਕਸ ਕਰ ਰਹੇ, ਜੇ ਇਹਨਾਂ ਨੂੰ ਤੁਸੀਂ ਕਿਸੇ ਪ੍ਰੈਸ ਕਾਨਫਰੰਸ ਦੇ ਵਿੱਚ ਕਿਸੇ ਵੀ ਮੰਤਰੀ ਸੰਤਰੀ, ਪੁਰਾਣਾ ਨਵਾਂ ਜੋ ਵੀ ਹੈਗਾ ਕਿਸੇ ਪਾਰਟੀ ਦਾ, ਉਹਨੂੰ ਪੁੱਛੋਗੇ ਨਾ ਤਾਂ ਉਹ ਸਿੰਪਲ ਜਵਾਬ ਦੇਗਾ ਜੀ ਮਾਮਲਾ ਅਦਾਲਤ 'ਚ ਆ, ਅਸੀਂ ਕੋਈ ਬਿਆਨ ਨਹੀਂ ਦੇ ਸਕਦੇ, ਠੀਕ ਹੈ ਜੀ। ਤੇ ਜਦੋਂ ਤੁਹਾਡੇ ਤੇ ਗੁਜ਼ਰਦੀ ਹੈ ਭਾਈ, ਉਦੋਂ ਮਤਲਬ ਮਾਮਲੇ ਅਦਾਲਤ 'ਚ ਨਹੀਂ ਹੁੰਦੇ, ਉਦੋਂ ਕਿਵੇਂ ਫਟਾਫਟ ਆ ਕੇ ਆਪਣੇ ਆਪ ਨੂੰ ਬੇਦੋਸ਼ਾ ਕਰਾਰ ਦਿੰਦੇ ਹੋ? ਚਾਹੇ ਕੰਮ ਕਰਿਆ ਹੁੰਦਾ, ਤੁਹਾਨੂੰ ਪਤਾ ਹੈ ਤੁਹਾਡੇ ਖਿਲਾਫ ਚਲੀ ਗਈ, ਵੱਡੇ ਵੱਡੇ ਜੇਲ੍ਹਾਂ 'ਚ ਗਏ ਵੀ ਹੈਗੇ, ਦੇਖਿਆ ਜਦੋਂ। ਤੇ ਉਹ ਚੀਜ਼ਾਂ ਕਦੋਂ, ਉਹ ਤੁਸੀਂ ਗੱਲ ਕਰ ਰਹੇ ਸੀ ਵਿੱਚ ਕਿ ਜਦੋਂ ਇਹਨਾਂ 'ਤੇ ਆਪਣਾ ਕੁਛ ਹੁੰਦਾ ਨਾ, ਜਾਂਚ ਏਜੰਸੀਆਂ, ਡਰੋਨ ਆ ਗਿਆ ਜੀ, ਫਲਾਣਾ ਟਿੰਗੜਾ ਹਨ, ਏਜੰਸੀਆਂ, ਇਹ ਤਾਂ ਛੱਡੋ, ਤੁਸੀਂ ਪਹਿਲਾਂ ਹੀ ਸੂਚਿਤ ਕਰ ਦਿਆ ਜਾਂਦਾ ਹੈ ਕਿ ਤੈਨੂੰ ਸਿਕਿਉਰਿਟੀ ਦਿੱਤੀ ਜਾ ਰਹੀ ਹੈ, ਤੇਰੀ ਜਾਨ ਨੂੰ ਖਤਰਾ ਹੈ ਪੋਲੀਟੀਸ਼ੀਅਨਾਂ ਦਾ, ਬਿਲਕੁਲ ਠੀਕ ਹੈ, ਜਿਹੜੇ ਉਹਨਾਂ ਨੂੰ ਪਹਿਲਾਂ ਹੀ ਸੂਚਿਤ ਕਰ ਦਿੰਦਾ। ਉਹ ਫਿਰ ਬਿਆਨ ਆਉਂਦਾ ਜੀ ਕਿ ਏਜੰਸੀਆਂ ਨੇ ਦੱਸਿਆ ਵੀ ਇਹਦੀ ਜਾਨ ਨੂੰ ਖਤਰਾ ਹੈ, ਉਹਨੂੰ Z ਸਿਕਿਉਰਿਟੀ ਦੇ ਦਿੱਤੀ ਜੀ, ਉਹਨੂੰ Y ਸਿਕਿਉਰਿਟੀ ਦੇ ਦਿੱਤੀ, ਉਹਨੂੰ ਜਿਹੜੀ ਮਰਜ਼ੀ ਮਤਲਬ ਸਿਕਿਉਰਿਟੀਆਂ ਕਹਿ ਲਓ ਤੁਸੀਂ, ਉਹ ਦੇ ਦਿੱਤੀਆਂ ਜਾਂਦੀਆਂ ਨੇ, ਉਹ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ। ਇੱਥੇ ਵਾਪਰ ਗਈ ਘਟਨਾ, 5 ਸਾਲ ਬੀਤ ਵੀ ਗਏ, 2 ਬੰਦੇ ਵੀ ਮਰ ਗਏ, ਗੋਲੀ ਵੀ ਚੱਲ ਗਈ, ਧਰਨੇ ਵੀ ਲੱਗ ਲਏ, ਸੰਘਰਸ਼ ਵੀ ਹੋ ਲਿਆ, ਉਡੀਕ ਵੀ ਰਹੇ ਨੇ ਵੀ ਕਦੋਂ ਇਨਸਾਫ ਮਿਲੂਗਾ, ਫਿਰ ਵੀ ਨਹੀਂ ਪਤਾ ਲੱਗ ਰਿਹਾ ਵੀ ਕੌਣ ਆ ਬੰਦਾ। ਕੀ ਲੱਗਦਾ ਕਿ ਸਰਕਾਰ 2022 ਦੀਆਂ ਚੋਣਾਂ ਦੇ ਵਿੱਚ ਇਹਨੂੰ ਹਥਿਆਰ ਲੈ ਕੇ ਆਉਣਾ ਇਹ ਨਵਾਂ, ਕਿ ਅਸੀਂ ਜਿਹੜਾ ਉਹ ਬੇਅਦਬੀ ਮਸਲਿਆਂ ਦੇ ਵਿੱਚ ਕੋਈ ਨਾ ਕੋਈ ਗ੍ਰਿਫਤਾਰੀ ਇਹੋ ਜਿਹੀ ਵੱਡੀ ਦਿਖਾ ਕੇ? ਦੇਖੋ, ਸਰਕਾਰਾਂ ਦਾ, ਪਾਰਟੀਆਂ ਦਾ ਤਾਂ ਕੰਮ ਇਹੀ ਹੁੰਦਾ ਹੈ, ਜਦੋਂ ਕਿਤੇ ਮਸਲੇ, ਜਦੋਂ ਲੋਕ ਹਿੱਤਾਂ ਦੀ ਗੱਲ ਹੋ ਰਹੀ ਹੁੰਦੀ ਹੈ, ਉਦੋਂ ਕੋਈ ਐਸਾ ਮਸਲਾ ਖੜਾ ਕਰ ਲਿਆ ਜਾਂਦਾ ਕਿ ਉਹ ਲੋਕ ਹਿੱਤ ਜਿਹੜੇ ਵਿੱਚ ਹੀ ਦਬ ਕੇ ਬਹਿ ਜਾਂਦੇ ਨੇ। ਤੇ ਇਹ ਵੀ ਮਸਲਾ ਚੋਣਾਂ ਦਾ ਇੱਕ ਬਹੁਤ ਵੱਡਾ ਸਟੰਟ ਹੈਗਾ, ਇਹ ਇਹਨਾਂ ਕੋਲ ਹੈਗਾ। ਲੋਕ ਸਭਾ ਤੇ ਵਿਧਾਨ ਸਭਾ ਦੀਆਂ ਚੋਣਾਂ ਇਸੇ ਮੁੱਦੇ ਤੇ ਲੜੀਆਂ ਗਈਆਂ, ਬਰਗਾੜੀ ਕਾਂਡ ਜਾਂ ਉਹ ਕੋਟਕਪੂਰਾ ਗੋਲੀ ਕਾਂਡ ਜੋ ਵੀ ਹੋਇਆ ਸੀਗਾ, ਤੇ ਬੇਅਦਬੀ ਕਾਂਡ ਨੂੰ ਖੂਬ ਪ੍ਰਚਾਰਿਆ ਗਿਆ, ਇੱਕ ਦੂਜੇ ਤੇ ਖੂਬ ਦੋਸ਼ ਲਾਏ ਗਏ, ਹੈ ਨਾ। ਤੇ ਉਹਦਾ ਅਸਰ ਸਿੱਧਾ ਤੇ ਸਿੱਧਾ ਪਿਆ ਵੀ ਹੈਗਾ, ਚੋਣਾਂ ਤੁਸੀਂ ਦੇਖਿਆ ਵੀ ਹੈਗਾ, ਸ਼ਰੇਆਮ ਦਿਖਿਆ। ਤੇ ਉਹ ਮਸਲੇ ਇੱਦਾਂ ਦੇ, ਫਿਰ ਉਹ ਕਿਵੇਂ ਕਹਿ ਸਕਦੇ ਹਾਂ ਕਿ ਜੇ ਇੱਕ ਪਾਰਟੀ ਨੂੰ ਦਾ ਲਾਭ ਮਿਲਿਆ ਤੇ ਉਹ ਉਸ ਪਾਰਟੀ ਉਹ ਸੋਚੇ ਵੀ ਅੱਗੇ ਨੂੰ ਮੈਂ ਇਹਦਾ ਲਾਭ ਨਹੀਂ ਲੈਣਾ, ਉਹ ਤਾਂ ਸਾਂਭ ਕੇ ਰੱਖ ਲੈਂਦੀ ਹੈ। ਕੋਈ ਪਾਰਟੀ ਹੋਵੇ, ਕਿਤੇ ਵੀ ਜਾਣਾ ਹੋਵੇ, ਤੁਸੀਂ ਦੇਖਿਆ ਹੀ ਆ, ਆਉਣ ਵਾਲੇ ਸਮੇਂ ਦੇ ਵਿੱਚ ਦੇਖ ਲਓ ਤੁਸੀਂ ਇਹ ਗੱਲ ਫਿਰ ਦੁਬਾਰੇ ਭਾਈ, ਜਿਵੇਂ 2022 ਨੇੜੇ ਆਉਣਾ, ਕਿਸੇ ਤਣ ਪੱਤਣ ਦਾ ਸ਼ਾਇਦ ਨਾ ਹੀ ਲੱਗੇ, ਇਹ ਇਨਸਾਫ ਤਾਂ ਸ਼ਾਇਦ ਨਾ ਹੀ ਮਿਲੇ, ਤੇ ਨਵੀਆਂ ਘਟਨਾਵਾਂ ਹੁਣ ਹੋਣੀਆਂ ਸ਼ੁਰੂ ਹੋ ਗਈਆਂ ਨੇ। ਦੇਖੋ ਤੁਸੀਂ ਆ ਫਤਿਹਗੜ੍ਹ ਸਾਹਿਬ ਹੋ ਹੀ ਗਈ ਹੈ, ਤੇ ਇਹਨਾਂ ਘਟਨਾਵਾਂ ਨੂੰ ਵੀ ਫਿਰ ਕਿਤੇ ਨਾ ਕਿਤੇ ਕਿਸੇ ਨਾਲ ਜੋੜ ਕੇ ਇੱਕ ਦੂਜੇ ਨੂੰ, ਪਹਿਲਾਂ ਸਿਆਸੀ ਪਾਰਟੀਆਂ ਹੱਥ ਕੰਡੇ ਵਾਂਗੂ, ਹਾਂ, ਜਦੋਂ ਪਹਿਲਾ ਕਾਂਡ ਹੋਇਆ ਸੀ ਉਦੋਂ 1.5 ਸਾਲ ਅਕਾਲੀ ਦਲ ਦੀ ਸਰਕਾਰ ਰਹੀ ਹੈ, 3 ਸਾਲ ਇਹਨਾਂ ਨੇ ਵੀ, ਕਾਂਗਰਸ ਨੇ ਵੀ ਕੀਤਾ, ਤੇ ਹੁਣ ਤੱਕ ਕੁਝ ਹੋਇਆ ਨਹੀਂ। ਤੇ ਹੁਣ ਅਗਲੇ ਵੀ ਕਹਿੰਦੇ ਨੇ ਕਿ ਹੁਣ ਪਹਿਲਾਂ ਸਾਡੇ ਸਿਰ ਮੜੇਗਾ, ਕੀ ਪਤਾ ਇੱਧਰਲਾਂ ਦੇ ਸਿਰ ਮੜਨ ਦੀ ਕੋਸ਼ਿਸ਼ ਹੋਵੇ ਹੁਣ। ਤੇ ਇਹ ਗੱਲ ਇਹ ਨਹੀਂ, ਗੱਲ ਤਾਂ ਹੈਗੀ ਕਿ ਸਾਡੇ ਆਪਣੇ ਆਗੂ ਸਿੱਖ ਕੌਮ ਦੇ ਬਣੇ ਬੈਠੇ ਨੇ, ਜਿਹੜੇ ਪੰਥਕ ਆਗੂ ਕਹਾਉਂਦੇ ਨੇ, ਜਿਹੜੇ ਜਥੇਦਾਰ ਕਹਾਉਂਦੇ ਨੇ, ਜਿਹੜੇ ਪ੍ਰਧਾਨ ਕਹਾਉਂਦੇ ਨੇ, ਉਹ ਕਰ ਕੀ ਰਹੇ ਨੇ? ਕੋਈ ਜਵਾਬ ਦੇਣ ਨੂੰ ਅੱਗੇ ਆਉਂਦਾ ਹੀ ਨਹੀਂ। ਪ੍ਰੈਸ ਦੇ ਵਿੱਚ ਗੋਲ ਮੋਲ ਗੱਲ ਕਰਕੇ ਨਿਕਲ ਜਾਂਦੇ ਨੇ, ਕੋਈ ਕਾਰਵਾਈ ਨਹੀਂ। ਕਿੱਥੇ ਕੀ ਕੰਮ, ਹੋਰ ਕੰਮ ਕੀ ਹੈ ਇਹਨਾਂ ਨੂੰ? ਦੱਸਣ ਤਾਂ ਸੀ ਵੀ ਸਿੱਖ ਕੌਮ ਦਾ ਆਹ ਕੰਮ ਕਰ ਰਹੇ, ਉੱਧਰ ਰੁੱਝੇ ਹੋਏ ਆ,
ਕੀ ਕੌਮ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਕੰਮ ਹੋ ਗਿਆ ਕੋਈ ਹੁਣ? ਇਹਨਾਂ ਨੂੰ ਸਾਰੇ ਕੰਮ ਠੰਡੇ ਪਾ ਕੇ ਪਹਿਲਾਂ ਇੱਧਰਲੇ ਪਾਸੇ ਆਉਣਾ ਚਾਹੀਦਾ ਕਿ ਬੇਅਦਬੀ ਹੋਈ ਹੈ, ਇਹਨੂੰ ਕਿਵੇਂ ਨਜਿੱਠਿਆ ਜਾਵੇ। ਕੱਲ ਨੂੰ ਹੋਰ ਕੋਈ ਮੂੰਹ ਚੱਕ ਕੇ ਆਊਗਾ। ਇਹੋ ਜਿਹੇ ਬੰਦਿਆਂ ਨੂੰ ਜੇ ਕਿਸੇ ਨੂੰ ਸਜ਼ਾ ਮਿਲੀ ਹੋਈ ਹੁੰਦੀ, ਹੁਣ ਨੂੰ ਕਿਸੇ ਦਾ ਕੋਈ ਮੂੰਹ ਨਾ ਕਰਦਾ ਇਹਦਾ ਕੰਮ ਕਰਨ ਨੂੰ। ਤੁਸੀਂ ਤਾਲੇ ਲਾਉਣ ਨੂੰ ਤਾਂ ਕਹਿਤਾ CCTV ਲਾ ਦਿਓ ਜੀ, ਤਾਲੇ ਲਾ ਦਿਓ, ਇਹ ਹੱਲ ਹੈ? ਅੱਜ ਤੱਕ ਤਾਂ ਲੱਗੇ ਨਹੀਂ ਸੀ ਗੁਰਦੁਆਰਾ ਸਾਹਿਬ ਨੂੰ ਤਾਲੇ ਕਦੇ, ਅੱਜ ਕਿਉਂ ਲਾਉਣ ਦੀ ਨੌਬਤ ਆ ਗਈ? ਇਸ ਤਰ੍ਹਾਂ ਤਾਂ ਇਹ ਘਟਨਾਵਾਂ ਜਿਹੜੀਆਂ ਉਹ ਲਗਾਤਾਰ ਜਿਹੜੀਆਂ ਉਹ ਵੱਧਦੀਆਂ ਜਿਹੜੀਆਂ ਸਾਹਮਣੇ, ਜਿਵੇਂ ਪਰਮਿੰਦਰ ਜੀ ਨੇ ਦੱਸਿਆ ਕਿ ਉਦੋਂ ਵੀ ਸਰਕਾਰ ਦਾ 1.5 ਸਾਲ ਰਹਿੰਦਾ ਸੀਗਾ। 2015 ਚ ਬੇਅਦਬੀ ਹੋਈ ਤੇ 17 ਦੇ ਵਿੱਚ ਸਰਕਾਰ ਪਲਟ ਗਈ ਤੇ ਹੁਣ ਸਰਕਾਰ ਦਾ ਸਮਾਂ ਤੁਹਾਨੂੰ ਪਤਾ ਹੀ ਹੈ ਕਿ 2020 ਦਾ ਸਮਾਂ ਲੰਘ ਰਿਹਾ ਤੇ 1.5 ਸਾਲ ਫੇਰ ਤਕਰੀਬਨ ਰਹਿ ਗਿਆ। 2022 ਨੇੜੇ ਆ ਰਿਹਾ ਤੇ ਕੀ ਪਤਾ ਲੱਗਦਾ ਹੈ ਕਿ ਕੋਈ ਨਾ ਕੋਈ ਸਿਆਸੀ ਏਜੰਡਾ ਇਹਦੇ ਪਿੱਛੇ ਹੋ ਸਕਦਾ। ਕਿਸ ਤਰ੍ਹਾਂ ਲਗਾਤਾਰ ਜਿਹੜਾ ਉਹ ਪੰਜਾਬ ਦੇ ਵਿੱਚ ਘਟਨਾਵਾਂ ਇਸ ਤਰ੍ਹਾਂ ਵਾਪਰਦੀਆਂ ਨੇ ਤਾਂ ਕਿਤੇ ਨਾ ਕਿਤੇ ਸਵਾਲ ਉੱਠਣੇ ਲਾਜ਼ਮੀ ਨੇ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਰੱਖਿਓ। ਲੋਕਰਾਜ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।